ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਉਹ ਬਹੁਤ ਮਿਹਨਤਕਸ਼ ਇਨਸਾਨ ਸੀ। ਉਹ ਇੱਕ ਚੰਗਾ ਇਨਸਾਨ ਸੀ। ਆਪਣੇ ਪਰਿਵਾਰ ਦੇ ਲਈ ਹਰ ਰੋਜ਼ ਮਿਹਨਤ ਕਰਕੇ ਲੱਕੜਾਂ ਤੋੜ ਕੇ ਲੱਕੜਾਂ ਕੱਟ ਕੇ ਲਿਆਇਆ ਕਰਦਾ। ਜੰਗਲ ਦੇ ਵਿੱਚ ਮਿਹਨਤ ਕਰਕੇ ਬਾਅਦ ਵਿੱਚ ਬਾਜ਼ਾਰ ਵਿੱਚ ਜਾ ਕੇ ਲੱਕੜਾਂ ਦੀ ਫਰੋਖਤ ਕਰਦਾ ਸੀ। ਜੋ ਕੁਝ ਬਣਦਾ ਚਾਹ ਕੇ ਆਪਣੇ ਘਰੇ ਆਪਣੇ ਮਾਂ-ਪਿਓ ਨੂੰ, ਆਪਣੇ ਘਰਵਾਲੀ ਨੂੰ ਜਾ ਕੇ ਦਿੰਦਾ। ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਿਆ ਕਰਦਾ। ਸਭ ਕੁਝ ਠੀਕ ਠਾਕ ਗੁਜ਼ਰ ਰਿਹਾ ਸੀ। ਨਾ ਤਾਂ ਇਹਦੇ ਮਨ ਵਿੱਚ ਕੋਈ ਲਾਲਚ ਸੀ ਤੇ ਨਾ ਹੀ ਇਹਦੇ ਪਰਿਵਾਰ ਦੇ ਮਨ ਦੇ ਵਿੱਚ ਕੋਈ ਲਾਲਚ ਸੀ। ਕਦੇ ਕਦਾਈ ਇਹਦੀ ਘਰਵਾਲੀ ਇਹ ਕਹਿ ਦਿੰਦੀ ਕਿ ਜ਼ਿੰਦਗੀ ਦੇ ਵਿੱਚ ਸੁੱਖ ਸੁਵਿਧਾਵਾਂ ਵੀ ਹੋਣੀਆਂ ਚਾਹੀਦੀਆਂ ਨੇ। ਹਰ ਇਨਸਾਨ ਦੇ ਕੋਈ ਨਾ ਕੋਈ ਸ਼ੌਂਕ ਹੁੰਦੇ ਨੇ। ਇਹਨਾਂ ਚੀਜ਼ਾਂ ਦੀ ਇੱਕ ਉਮਰ ਹੁੰਦੀ ਹੈ। ਇਸਨੇ ਕਹਿ ਦਿਆ ਕਰਨਾ ਕਿ ਮਾਲਕ ਨੇ ਜਿੱਥੇ ਰੱਖਿਆ ਹੈ ਉੱਥੇ ਰਹੀਏ ਤਾਂ ਠੀਕ ਹੈ। ਮਿਹਨਤ ਵਧਾਈ ਜਾ ਸਕਦੀ ਹੈ, ਪਰ ਆਪਾਂ ਕਿਸੇ ਨਾਲ ਠੱਗੀ, ਧੋਖਾ, ਝੂਠ ਇਹਨਾਂ ਚੀਜ਼ਾਂ ਦੀ ਮਦਦ ਨਹੀਂ ਲੈਣੀ। ਘਰਵਾਲੀ ਵੀ ਕਹਿੰਦੀ ਚਲੋ ਠੀਕ ਹੈ। ਇੱਕ ਦਿਨ ਇਹ ਜੰਗਲ ਦੇ ਵਿੱਚ ਇੱਕ ਬਹੁਤ ਉੱਚੇ ਦਰਖਤ ਦੇ ਉੱਤੇ ਚੜ੍ਹ ਕੇ ਉਸ ਦੀਆਂ ਉੱਪਰਲੀਆਂ ਸ਼ਾਖਾਵਾਂ ਕੱਟ ਰਿਹਾ ਸੀ। ਉੱਪਰਲੀਆਂ ਸ਼ਾਖਾਵਾਂ ਵੱਢ ਕੇ ਹੇਠਾਂ ਨੂੰ ਸੁੱਟ ਰਿਹਾ ਸੀ। ਬਹੁਤ ਹੀ ਜ਼ਿਆਦਾ ਵਿਸ਼ਾਲ ਦਰਖਤ ਸੀ, ਬਹੁਤ ਉੱਚਾ ਦਰਖਤ ਸੀ। ਉਹ ਬਹੁਤ ਸੁਬਾਹ ਦਾ ਘਰੋਂ ਨਿਕਲਿਆ ਹੋਇਆ ਸੀ। ਇਸ ਦੇ ਕਾਰਨ ਉਸਨੂੰ ਥਕਾਵਟ ਵੀ ਹੋ ਗਈ ਸੀ ਤੇ ਇੰਨਾ ਕੁ ਜ਼ਿਆਦਾ ਕੰਮ ਸੀ ਕਿ ਲੱਕੜਾਂ ਕੱਟਦਾ ਬਹੁਤ ਜ਼ਿਆਦਾ ਥੱਕ ਗਿਆ। ਦਿਲ ਕਰੇ ਕਿ ਉੱਥੇ ਹੀ ਲੰਮਾ ਪੈ ਜਾਵੇ, ਦੋ ਸ਼ਾਖਾਵਾਂ ਨੂੰ ਜੋੜ ਕੇ। ਪਰ ਸੋਚਿਆ ਕਿ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਡਿੱਗਾਂਗਾ। ਥੱਲੇ ਡਿੱਗਦਿਆਂ ਸਾਰ ਮੇਰੀ ਮੌਤ ਹੋ ਜਾਵੇਗੀ, ਕੱਖ ਨਹੀਂ ਬਚਣਾ। ਇਸ ਲਈ ਹੌਲੀ-ਹੌਲੀ ਕਰਕੇ ਹੇਠਾਂ ਲਈ ਉਤਰਿਆ। ਥੱਲੇ ਦਰਖਤ ਦੇ ਹੇਠਾਂ ਜਿਹੜੀਆਂ ਲੱਕੜਾਂ ਪਈਆਂ ਹੋਈਆਂ ਸਨ, ਉਹਨਾਂ ਨੂੰ ਉੱਥੇ ਹੀ ਪਈਆਂ ਰਹਿਣ ਦਿੱਤਾ। ਦੂਜੇ ਦਰਖਤ ਦੇ ਹੇਠਾਂ ਉਹ ਲੰਮਾ ਪੈ ਗਿਆ। ਉਸਨੇ ਸੋਚਿਆ ਕਿ ਝਟਪਟ ਲੱਕ ਸਿੱਧਾ ਕਰ ਲੈਣਾ ਹਾਂ, ਪਰ ਉਸਨੂੰ ਬਹੁਤ ਥੱਕਿਆ ਹੋਣ ਕਰਕੇ, ਥਕਾਵਟ ਜ਼ਿਆਦਾ ਹੋਣ ਕਰਕੇ ਉਸਨੂੰ ਝੱਟ ਹੀ ਨੀਂਦ ਆ ਗਈ। ਇੰਨੀ ਕੁ ਡੂੰਘੀ ਨੀਂਦ ਦੇ ਵਿੱਚ ਚਲਿਆ ਗਿਆ ਕਿ ਬਹੁਤ ਲੰਮਾ ਸਮਾਂ ਇਸਨੇ ਨੀਂਦ ਲਈ। ਨੀਂਦ ਦੇ ਵਿੱਚ ਉਸਨੂੰ ਇੱਕ ਅਜੀਬੋ-ਗਰੀਬ ਕਿਸਮ ਦਾ ਇਹ ਸੁਪਨਾ ਆਇਆ, ਪਰ ਇਹਦੇ ਲਈ ਬਹੁਤ ਚੰਗਾ ਸੁਪਨਾ ਸੀ। ਜਦੋਂ ਉੱਠਿਆ ਤੇ ਉੱਠ ਕੇ ਉੱਬੜ-ਵਾਏ ਜਿਸਨੇ ਬਿਲਕੁਲ ਉਸ ਦਰਖਤ ਦੇ ਨਾਲ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਨੇ ਸੁਪਨੇ ਦੇ ਵਿੱਚ ਇਹ ਸਾਰਾ ਜਿਸ ਇਲਾਕੇ ਦੇ ਵਿੱਚ ਫਿਰ ਰਿਹਾ ਸੀ, ਇਹੀ ਇਲਾਕਾ ਇਹਦੇ ਸੁਪਨੇ ਦੇ ਵਿੱਚ ਆਇਆ ਹੋਇਆ ਸੀ। ਇਹ ਦੋ ਦਰਖਤ ਇਹਦੇ ਸੁਪਨੇ ਦੇ ਵਿੱਚ ਆਏ ਹੋਏ ਸਨ, ਜਿੱਥੇ ਉਹ ਸਵੇਰੇ ਲੱਕੜਾਂ ਦੀ ਕਟਾਈ ਕਰ ਰਿਹਾ ਸੀ। ਇਹ ਸੁਪਨੇ ਦੇ ਵਿੱਚ ਇਸਨੇ ਦੇਖਿਆ, ਉਹਨਾਂ ਦਰਖਤਾਂ ਦੇ ਦਰਮਿਆਨ ਜਿਹੜੀ ਜਗ੍ਹਾ ਹੈ, ਉੱਥੇ ਇੱਕ ਦੋ ਨਹੀਂ ਬਲਕਿ 5 ਘੜੇ ਗੱਡੇ ਹੋਏ ਨੇ। ਹਰ ਇੱਕ ਘੜੇ ਦੇ ਵਿੱਚ ਬਹੁਤ ਜ਼ਿਆਦਾ ਸੋਨੇ, ਚਾਂਦੀ ਤੇ ਮੋਹਰੇ ਤੇ ਹੀਰੇ ਜਵਾਹਰਾਤ ਹਨ। ਇਸਨੇ ਉਸ ਥਾਂ ਦੀ ਪਟਾਈ ਸ਼ੁਰੂ ਕਰ ਦਿੱਤੀ। ਉਸਨੂੰ ਖੋਦਿਆ ਤੇ ਹੈਰਾਨ ਰਹਿ ਗਿਆ। ਸੱਚਮੁੱਚ ਜਿਵੇਂ ਸੁਪਨੇ ਵਿੱਚ ਹੀ ਪਤਾ ਲੱਗਿਆ ਸੀ, ਬਿਲਕੁਲ ਉਸੇ ਤਰੀਕੇ ਨਾਲ ਇਸਨੂੰ 5 ਘੜੇ ਬਰਾਮਦ ਹੋਏ। ਹਰ ਇੱਕ ਚੱਪਣ ਚੱਕ ਕੇ ਵੇਖਿਆ। ਜਦੋਂ ਉਸਨੂੰ ਵਿੱਚੋਂ ਦੇਖ ਰਿਹਾ ਤਾਂ ਉਸਦੇ ਵਿੱਚ ਹੀਰੇ ਜਵਾਹਰਾਤ, ਸੋਨਾ, ਚਾਂਦੀ ਤੇ ਮੋਹਰਾਂ ਸਨ। ਹੈਰਾਨ ਹੋ ਗਿਆ ਤੇ ਖੁਸ਼ ਵੀ ਬਹੁਤ ਹੋਇਆ। ਇਹ ਸਮਾਂ ਤਕਰੀਬਨ ਦੁਪਹਿਰ ਦਾ ਸਮਾਂ ਸੀ। ਦਿਲ ਤਾਂ ਕਰਦਾ ਸੀ ਕਿ ਹੁਣੇ ਲੱਕੜਾਂ ਲੱਦਣ ਦੀ ਬਜਾਏ ਆਪਣੇ ਨਾਲ ਲਿਆਂਦੇ ਹੋਏ ਘੋੜੇ ਦੇ ਉੱਤੇ ਇਹ ਸਾਰਾ ਕੁਝ ਲੱਦ ਲਵੇ, ਆਪਣੇ ਪਿੰਡ ਨੂੰ ਰਵਾਨਾ ਹੋ ਜਾਵੇ। ਪਰ ਸੋਚਿਆ ਜੇ ਰਸਤੇ ਦੇ ਵਿੱਚ ਕਿਸੇ ਨੇ ਦੇਖ ਲਿਆ, ਜੇ ਰਾਜੇ ਤੱਕ ਖਬਰ ਪਹੁੰਚ ਗਈ, ਜੇ ਕੋਤਵਾਲਾਂ ਨੇ ਤਲਾਸ਼ੀ ਕਰ ਲਈ, ਇਹ ਸਾਰਾ ਕੁਝ ਜੋ ਬਰਾਮਦ ਹੋਇਆ ਹੈ ਸਭ ਉੱਥੇ ਹੀ ਰੱਖ ਲੈਣਗੇ। ਮੈਂ ਇੱਕ ਪਾਸੇ ਤਾਂ ਅਮੀਰ ਹੋ ਗਿਆ ਹਾਂ, ਮੇਰੇ ਹੱਥ ਦੇ ਵਿੱਚ ਧਨ ਦੌਲਤ ਆ ਗਈ ਹੈ, ਮੇਰੇ ਹਾਲਾਤ ਸੁਧਰਨ ਵਾਲੇ ਨੇ, ਪਰ ਜੇ ਕਿਤੇ ਮੈਨੂੰ ਰਾਜੇ ਦੇ ਲੋਕਾਂ ਨੇ ਦੇਖ ਲਿਆ ਤਾਂ ਮੇਰੇ ਨਸੀਬ ਦੇ ਵਿੱਚ ਜੇਲ੍ਹ ਹੋਵੇਗੀ। ਇਸ ਲਈ ਲਾਲਚ ਚੰਗਾ ਨਹੀਂ ਹੈ। ਬਚਪਨ ਤੋਂ ਪੜ੍ਹਿਆ ਲਿਖਿਆ ਹੈ, ਬਿਹਤਰ ਇਹੀ ਹੋਵੇਗਾ ਕਿ ਮੈਂ ਲੱਕੜਾਂ ਲੱਦ ਕੇ ਘਰ ਨੂੰ ਵਾਪਸ ਮੁੜ ਜਾਵਾਂ। ਇਹ ਘੜੇ ਜਿੱਥੋਂ ਨਿਕਲੇ ਨੇ ਉਹਨਾਂ ਨੂੰ ਉੱਥੇ ਹੀ ਦੱਬ ਦਿੰਦਾ ਹਾਂ। ਕੋਈ ਨਾ ਕੋਈ ਚੀਜ਼ ਇੱਥੇ ਨਿਸ਼ਾਨੀ ਦੇ ਵਜੋਂ ਗੱਡ ਦਿੰਦਾ ਹਾਂ। ਉਸਨੇ ਆਪਣਾ ਜਿਹੜਾ ਘੋੜਾ ਲਿਆਂਦਾ ਹੋਇਆ ਸੀ, ਉਹਦੇ ਉੱਤੇ ਲੱਕੜਾਂ ਲੱਦਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਘੜੇ ਉਸੇ ਤਰੀਕੇ ਨਾਲ ਨੱਪ ਕੇ ਉਹਨਾਂ ਦੇ ਉੱਤੇ ਮਿੱਟੀ ਪਾ ਦਿੱਤੀ। ਉਸ ਥਾਂ ਨੂੰ ਉਸਨੇ ਇੰਨੇ ਚੰਗੇ ਤਰੀਕੇ ਨਾਲ ਲਤਾੜਿਆ ਕਿ ਕਿਸੇ ਬੰਦੇ ਨੂੰ, ਆਉਣ ਜਾਣ ਵਾਲੇ ਰਾਹੀ ਪਾਂਦੀ ਨੂੰ ਪਤਾ ਨਾ ਲੱਗੇ ਇੱਥੇ ਕੋਈ ਚੀਜ਼ ਪੱਟੀ ਹੋਈ ਸੀ ਜਾਂ ਖੁਦਾਈ ਕੀਤੀ ਗਈ ਸੀ। ਹਾਲਾਂਕਿ ਉਸਨੂੰ ਇਸ ਚੀਜ਼ ਦਾ ਭਰੋਸਾ ਸੀ ਕਿ ਇਸ ਜੰਗਲ ਦੇ ਹਿੱਸੇ ਵਿੱਚ ਮੈਂ ਜਿੱਥੇ ਇਹ ਘੜੇ ਪੁੱਟੇ ਹਨ, ਇੱਥੇ ਕੋਈ ਨਹੀਂ ਆਉਂਦਾ।
ਪਰ ਫਿਰ ਵੀ ਜੇ ਕੋਈ ਆ ਗਿਆ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ। ਉਸਨੇ ਪਾਣੀ ਦਾ ਛਿੜਕਾਅ ਵੀ ਕੀਤਾ ਤੇ ਉੱਥੇ ਇੱਕ ਕੋਨੇ ਦੇ ਵਿੱਚ ਇੱਕ ਛੋਟੀ ਜਿਹੀ ਨਿਸ਼ਾਨੀ ਵਜੋਂ ਲੱਕੜ ਗੱਡ ਦਿੱਤੀ, ਤਾਂ ਕਿ ਜਦੋਂ ਉਹ ਰਾਤ ਵੇਲੇ ਵਾਪਸ ਆਵੇਗਾ ਤਾਂ ਉਸਨੂੰ ਲੱਭਣ ਦੇ ਵਿੱਚ ਕੋਈ ਮੁਸ਼ੱਕਤ ਨਾ ਕਰਨੀ ਪਵੇ। ਆਪਣੇ ਮਨ ਨੂੰ ਤਸੱਲੀ ਦਿੱਤੀ, ਲੱਕੜਾਂ ਲੱਦੀਆਂ ਬਾਜ਼ਾਰ ਦੇ ਵਿੱਚ ਲੈ ਗਿਆ। ਆਮ ਦਿਨਾਂ ਦੇ ਵਾਂਗੂ ਕਿਸੇ ਨੂੰ ਸ਼ੱਕ ਨਾ ਹੋਵੇ, ਬਾਜ਼ਾਰ ਦੇ ਵਿੱਚ ਜਾ ਕੇ ਲੱਕੜਾਂ ਫਰੋਖਤ ਕੀਤੀਆਂ। ਘਰ ਚਲਿਆ ਗਿਆ। ਘਰ ਜਾ ਕੇ ਘਰਵਾਲੀ ਨੂੰ ਕਿਹਾ ਕਿ ਮੈਂ ਅੱਜ ਖਾਣਾ ਜਲਦੀ ਖਾਵਾਂਗਾ, ਮੈਨੂੰ ਰਾਤ ਨੂੰ ਕੋਈ ਕੰਮ ਹੈ। ਘਰਵਾਲੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਕਿਹਾ ਕਿ ਮੈਂ ਕੰਮ ਕਰਕੇ ਆ ਕੇ ਸਭ ਤੋਂ ਪਹਿਲਾਂ ਤੈਨੂੰ ਹੀ ਮਿਲਣਾ ਹੈ, ਤੈਨੂੰ ਹੀ ਦੱਸਾਂਗਾ। ਬਸ ਇੰਨੀ ਕੁ ਗੱਲ ਸਮਝ ਲੈ ਕਿ ਆਪਣੇ ਹਾਲਾਤ ਬਦਲ ਗਏ ਹਨ। ਬਹੁਤ ਜਲਦੀ ਹੀ ਉਹ ਸੁੱਖ ਸੁਵਿਧਾਵਾਂ ਜਿਨ੍ਹਾਂ ਨੂੰ ਤੂੰ ਅਕਸਰ ਮੇਰੇ ਅੱਗੇ ਜ਼ਿਕਰ ਕਰਦੀ ਸੀ, ਉਹ ਸਾਰੀਆਂ ਸੁਖਦਾਵਾਂ ਤੇਰੇ ਕਦਮਾਂ ਦੇ ਵਿੱਚ ਹੋਣਗੀਆਂ। ਘਰਵਾਲੀ ਖੁਸ਼ ਹੋਈ, ਜਲਦੀ ਖਾਣਾ ਬਣਾ ਕੇ ਦਿੱਤਾ। ਖਾਣਾ ਖਾ ਕੇ ਉਹ ਕਾਲੇ ਕਾਲੇ ਕਦਮਾਂ ਦੇ ਨਾਲ ਉਸ ਘੋੜੇ ਦੇ ਉੱਤੇ ਘਰੋਂ ਬਾਹਰ ਗਿਆ। ਜਦੋਂ ਤੱਕ ਜਾ ਕੇ ਉੱਥੇ ਪਹੁੰਚਿਆ, ਦੇਖਦਾ ਹੈ ਕਿ ਬਿਲਕੁਲ ਉਸੇ ਤਰੀਕੇ ਨਾਲ ਉਹ ਜ਼ਮੀਨ ਰਤਾੜੀ ਹੋਈ ਹੈ। ਉਹ ਲੱਕੜ ਉਸੇ ਤਰੀਕੇ ਨਾਲ ਗੱਡੀ ਹੋਈ ਹੈ। ਜਲਦੀ ਨਾਲ ਉਹ ਲੱਕੜ ਪੁੱਟ ਕੇ ਬਾਕੀ ਦੀ ਜਿਹੜੀ ਖੁਦਾਈ ਸੀ ਉਹ ਸ਼ੁਰੂ ਕਰਦਾ ਹੈ। ਦੇਖਦਾ ਹੈ ਕਿ ਘੜੇ ਤਾਂ ਮਿਲ ਗਏ ਨੇ, ਪਰ ਘੜੇ ਖਾਲੀ ਸਨ। ਬੜਾ ਹੈਰਾਨ ਹੋਇਆ। ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕਿਸੇ ਨੇ ਉਸ ਤੋਂ ਬਹੁਤ ਜਨਮਾਂ ਜਨਮਾਂਤਰਾਂ ਦੀ ਦੌਲਤ, ਪੈਸਾ ਖੋਹ ਲਿਆ ਹੋਵੇ। ਅਸਮਾਨ ਵੱਲ ਦੇਖਦਾ ਹੈ ਤੇ ਕਹਿੰਦਾ ਹੈ, ਰੱਬਾ, ਇਹ ਤੂੰ ਕੀ ਕੀਤਾ? ਜੇ ਤੂੰ ਮੈਨੂੰ ਇੰਨੇ ਥੋੜੇ ਕੁ ਸਮੇਂ ਲਈ ਅਮੀਰ ਬਣਾਉਣਾ ਸੀ ਤਾਂ ਬਿਹਤਰ ਸੀ ਕਿ ਮੈਨੂੰ ਅਮੀਰ ਹੀ ਨਾ ਬਣਾਉਂਦਾ, ਮੈਨੂੰ ਇਹ ਸੁਪਨਾ ਹੀ ਨਾ ਆਉਂਦਾ। ਉਹ ਨਿਰਾਸ਼ ਮਨ ਦੇ ਨਾਲ ਆਪਣੇ ਘਰ ਵਾਪਸ ਪਰਤ ਗਿਆ। ਲਗਾਤਾਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਕੀ ਹੋਇਆ, ਕੀ ਵਾਪਰਿਆ। ਘਰਵਾਲੀ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਇਸ ਤਰੀਕੇ ਨਾਲ ਸਵੇਰ ਵੇਲੇ ਮੈਂ ਗਿਆ, ਥਕਾਵਟ ਹੋਈ, ਉੱਤਰ ਕੇ ਨੀਂਦ ਲਈ, ਸੁਪਨੇ ਦੇ ਵਿੱਚ ਦੇਖਿਆ, ਖੁਦਾਈ ਕੀਤੀ, ਉੱਥੇ ਮੈਨੂੰ ਘੜੇ ਮਿਲੇ ਤੇ ਘੜਿਆਂ ਦੇ ਵਿੱਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਸਨ। ਪਰ ਹੁਣ ਜਦੋਂ ਜਾ ਕੇ ਖੁਦਾਈ ਕੀਤੀ, ਘੜੇ ਤਾਂ ਸਨ ਪਰ ਉਹਨਾਂ ਦੇ ਵਿੱਚ ਸੋਨਾ ਚਾਂਦੀ ਨਹੀਂ ਸੀ। ਘਰਵਾਲੀ ਕਹਿਣ ਲੱਗੀ, ਤੁਹਾਨੂੰ ਕੋਈ ਧੋਖਾ ਹੋਇਆ ਹੈ, ਤੁਹਾਨੂੰ ਕੋਈ ਨਾ ਕੋਈ ਗਲਤੀ ਲੱਗੀ ਹੈ। ਇਸ ਤਰ੍ਹਾਂ ਨਹੀਂ ਹੁੰਦਾ, ਸ਼ਾਇਦ ਤੁਸੀਂ ਸੁਪਨਾ ਹੀ ਗਲਤ ਦੇਖਿਆ ਹੋਵੇਗਾ। ਪਰ ਕਹਿਣ ਲੱਗਿਆ ਕਿ ਜੇ ਸੁਪਨਾ ਗਲਤ ਹੁੰਦਾ ਤਾਂ ਉਹ ਘੜੇ ਅੱਜ ਵੀ ਉੱਥੇ ਮੌਜੂਦ ਹਨ। ਉਸੇ ਥਾਂ ਉੱਤੇ ਮੋੜੀ ਗੱਡੀ ਹੋਈ ਸੀ। ਸਾਰਾ ਕੁਝ ਮੈਂ ਆਪਣੇ ਹੱਥਾਂ ਨਾਲ ਕੀਤਾ। ਘਰਵਾਲੀ ਕਹਿਣ ਲੱਗੀ, ਤੁਹਾਨੂੰ ਭੁਲੇਖਾ ਲੱਗਿਆ, ਤੁਸੀਂ ਸੁਪਨੇ ਦੇ ਵਿੱਚ ਕੋਈ ਸੁਪਨਾ ਦੇਖ ਲਿਆ। ਇਹ ਤੁਹਾਡੇ ਮਨ ਦਾ ਬਸ ਖਿਆਲ ਹੋਵੇਗਾ, ਹੋਰ ਕੁਝ ਨਹੀਂ। ਇਸ ਕਰਕੇ ਪਰਮਾਤਮਾ ਨੇ ਜੋ ਦਿੱਤਾ ਹੈ ਉਹਦੇ ਵਿੱਚ ਹੀ ਰਾਜੀ ਰਹੋ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮਨ ਦੇ ਵਿੱਚ ਬੜੇ ਸਾਰੇ ਸਵਾਲ। ਉਸਨੂੰ ਪਤਾ ਸੀ ਕਿ ਇਹ ਸੁਪਨਾ ਨਹੀਂ ਸੀ, ਪਰ ਕੀ ਕਰ ਸਕਦਾ ਸੀ। ਸੋਚ ਦੇ ਵਿੱਚ ਇੱਕ ਚੀਜ਼ ਲਗਾਤਾਰ ਦੌੜ ਰਹੀ ਸੀ ਕਿ ਹੋਇਆ ਕੀ ਹੋਵੇਗਾ, ਵਾਪਰਿਆ ਕੀ ਹੋਵੇਗਾ। ਅਸਲ ਦੇ ਵਿੱਚ ਹੋਇਆ ਕੀ ਸੀ, ਜਿਹੜਾ ਸੁਪਨਾ ਉਸ ਬੰਦੇ ਨੂੰ ਆਇਆ ਸੀ, ਬਿਲਕੁਲ ਉਹੀ ਸੁਪਨਾ ਇੱਕ ਹੋਰ ਬੰਦੇ ਨੂੰ ਆਇਆ। ਉਹ ਸੁਪਨੇ ਦੇ ਵਿੱਚ ਦੇਖ ਰਿਹਾ ਸੀ ਕਿ ਇੱਕ ਲੱਕੜਹਾਰਾ ਲੱਕੜਾਂ ਕੱਟਦਾ ਵੱਡੇ ਦਰਖਤ ਦੇ ਹੇਠਾਂ ਉਤਰ ਕੇ ਸੌਂ ਜਾਂਦਾ ਹੈ। ਉਸਨੂੰ ਸੁਪਨਾ ਆਉਂਦਾ ਹੈ। ਉਹ ਸੁਪਨੇ ਦੇਖਣ ਤੋਂ ਤੁਰੰਤ ਬਾਅਦ ਕਿਸੇ ਲਾਗੇ ਥਾਂ ਦੇ ਉੱਤੇ ਖੁਦਾਈ ਕਰਦਾ ਹੈ। ਖੁਦਾਈ ਕਰਕੇ ਉਸਨੂੰ ਘੜੇ ਮਿਲਦੇ ਹਨ ਜਿਨ੍ਹਾਂ ਦੇ ਵਿੱਚ ਹੀਰੇ ਜਵਾਹਰਾਤ ਹੁੰਦੇ ਹਨ। ਉਹਨੇ ਸੁਪਨੇ ਦੇ ਵਿੱਚ ਦੇਖਿਆ ਕਿ ਲੱਕੜਹਾਰਾ ਕਿਵੇਂ ਘੜਿਆਂ ਨੂੰ ਦੱਬ ਕੇ ਘਰ ਨੂੰ ਵਾਪਸ ਚਲਿਆ ਗਿਆ। ਇਸਨੇ ਜਦੋਂ ਇਹ ਸਾਰਾ ਸੁਪਨਾ ਵੇਖਿਆ, ਉਹਨਾਂ ਦੀ ਪੈਰ ਨੱਪਦਾ ਨਪਾਉਂਦਾ ਉਹ ਉਸੇ ਥਾਂ ਤੇ ਜੰਗਲ ਦੇ ਵਿੱਚ ਪਹੁੰਚ ਗਿਆ। ਆਪਣੀ ਨੀਂਦ ਤੋਂ ਉੱਠ ਕੇ ਆਪਣੇ ਘੋੜੇ ਨੂੰ ਨਾਲ ਲੈ ਕੇ ਉੱਥੇ ਮੋੜੀ ਗੱਡੀ ਦੇਖ ਕੇ ਉਸ ਥਾਂ ਦੀ ਪਛਾਣ ਕਰਨੀ ਬਹੁਤ ਸੌਖੀ ਹੋ ਗਈ। ਪਰਮਾਤਮਾ ਦਾ ਸ਼ੁਕਰ ਕੀਤਾ ਕਿ ਪਰਮਾਤਮਾ ਮੇਰੀ ਜ਼ਿੰਦਗੀ ਸੁਧਾਰ ਦਿੱਤੀ, ਤੂੰ ਮੈਨੂੰ ਸੁਪਨੇ ਦੇ ਰਾਹੀਂ ਮਾਰਗ ਦੱਸਿਆ। ਇਸਨੇ ਇੱਕ ਬਹੁਤ ਵੱਡੇ ਥੈਲੇ ਆਪਣੇ ਨਾਲ ਰੱਖੇ ਹੋਏ ਸਨ। ਉਹਨਾਂ ਦੇ ਵਿੱਚ ਉਹ ਘੜਿਆਂ ਨੂੰ ਖਾਲੀ ਕਰਕੇ ਰੱਖ ਲਿਆ ਤੇ ਉਸੇ ਤਰੀਕੇ ਨਾਲ ਉਹਨਾਂ ਘੜਿਆਂ ਨੂੰ ਉੱਪਰੋਂ ਢੱਕ ਕੇ ਉਸਦੇ ਵਿੱਚ ਦੱਬ ਦਿੱਤਾ ਤੇ ਘਰ ਆ ਗਿਆ। ਘਰਵਾਲੀ ਨੂੰ ਆ ਕੇ ਕਿਹਾ ਕਿ ਭਗਵਾਨ ਨੇ ਆਪਣੇ ਹਾਲਾਤ ਬਦਲ ਗਏ ਹਨ। ਅਥਾਹ ਧਨ ਦੌਲਤ ਪੈਸਾ ਸਾਡੇ ਕੋਲ ਆ ਗਿਆ ਹੈ। ਹੁਣ ਜੋ ਚਾਹੇਗੀ ਉਹੀ ਖਰੀਦੇਗੀ, ਉਹ ਪਾਵੇਂਗੀ। ਆਪਣੇ ਘਰ ਦੇ ਵਿੱਚ ਨੌਕਰ ਚਾਕਰ ਹੋਣਗੇ। ਸਭ ਤੋਂ ਪਹਿਲਾਂ ਮਹਿਲ ਵਰਗਾ ਘਰ ਬਣਾਵਾਂਗੇ। ਦੂਰ ਨੇੜੇ ਯਾਤਰਾ ਦੇ ਲਈ ਬਹੁਤ ਪਿਆਰੇ ਘੋੜੇ ਰੱਖਾਂਗੇ। ਚੰਗਾ ਕੋਈ ਰੱਥ ਵੀ ਰੱਖਾਂਗੇ। ਉਸਨੇ ਆਪਣੀ ਸਾਰੀ ਕਹਾਣੀ, ਸਾਰਾ ਵਾਕਿਆ ਆਪਣੀ ਘਰਵਾਲੀ ਨੂੰ ਦੱਸਿਆ। ਘਰਵਾਲੀ ਬਹੁਤ ਖੁਸ਼ ਹੋਈ, ਪਰ ਉਸਦੇ ਮਨ ਦੇ ਵਿੱਚ ਇੱਕ ਸਵਾਲ ਆਇਆ
ਤੁਸੀਂ ਕਿਤੇ ਲੁੱਟ ਤਾਂ ਨਹੀਂ ਕੀਤੀ? ਕਹਿਣ ਲੱਗਿਆ ਕਿ ਬਿਲਕੁਲ ਨਹੀਂ, ਇਹ ਤਾਂ ਮੈਂ ਜੰਗਲ ਦੇ ਵਿੱਚੋਂ ਲੈ ਕੇ ਆਇਆ ਹਾਂ। ਪਰਮਾਤਮਾ ਨੇ ਰਾਹ ਦੱਸਿਆ ਸੀ। ਘਰਵਾਲੀ ਨੇ ਪੁੱਛਿਆ, ਕਿਸ ਤਰੀਕੇ ਨਾਲ ਸਾਰੀ ਕਹਾਣੀ ਉਸਨੂੰ ਦੱਸੀ। ਘਰਵਾਲੀ ਦਾ ਮਨ ਦੁਖੀ ਹੋ ਗਿਆ ਤੇ ਕਹਿਣ ਲੱਗੀ, ਇਹ ਤਾਂ ਚੋਰੀ ਹੈ। ਇਹ ਜੋ ਵੀ ਧਨ ਦੌਲਤ ਹੈ, ਇਹ ਉਸ ਲੱਕੜਹਾਰੇ ਦੀ ਹੈ। ਕਹਿਣ ਲੱਗਿਆ ਕਿ ਮੈਂ ਤਾਂ ਸੁਪਨੇ ਦੇ ਵਿੱਚ ਦੇਖਿਆ ਸੀ। ਮੈਨੂੰ ਤਾਂ ਸੁਪਨੇ ਦੇ ਵਿੱਚ ਪਤਾ ਲੱਗਿਆ, ਹੁਣ ਪਤਾ ਨਹੀਂ ਅਸਲ ਦੇ ਵਿੱਚ ਲੱਕੜਹਾਰਾ ਹੈ ਵੀ ਜਾਂ ਨਹੀਂ। ਉਹ ਕਹਿਣ ਲੱਗੀ, ਜੇ ਸੁਪਨਾ ਸੱਚ ਹੈ, ਇਹ ਘੜੇ ਸੱਚ ਹਨ, ਇਹ ਧਨ ਦੌਲਤ ਸੱਚੀ ਹੈ। ਜੇ ਤੇਰਾ ਸੁਪਨਾ ਸੱਚਾ ਹੈ ਤਾਂ ਉਹ ਲੱਕੜਹਾਰਾ ਵੀ ਸੱਚ ਹੋਵੇਗਾ, ਉੱਥੇ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਲੱਕੜਹਾਰੇ ਨੂੰ ਮਿਲੋ, ਉਸਨੂੰ ਆਪਣੀ ਸਾਰੀ ਕਹਾਣੀ ਦੱਸੋ, ਉਹਦੇ ਨਾਲ ਸਾਂਝੀ ਕਰੋ। ਇਹਦੇ ਉੱਤੇ ਆਪਣਾ ਕੋਈ ਹੱਕ ਨਹੀਂ। ਬੰਦਾ ਇਸ ਗੱਲ ਨੂੰ ਮੰਨਣ ਦੇ ਲਈ ਰਾਜੀ ਨਹੀਂ ਹੋਇਆ। ਕਹਿਣ ਲੱਗਿਆ ਕਿ ਉਹ ਮੂਰਖ ਸੀ ਜੋ ਧਨ ਦੌਲਤ ਛੱਡ ਕੇ ਚਲਿਆ ਗਿਆ। ਇਹ ਮੇਰੀ ਮਿਹਨਤ ਹੈ। ਕਹਿਣ ਲੱਗੀ, ਨਹੀਂ, ਦੋਵਾਂ ਦੀ ਇਹ ਲੜਾਈ ਹੋਈ। ਇਸ ਤੋਂ ਬਾਅਦ ਇਹ ਗੱਲ ਉਸ ਲੱਕੜਹਾਰੇ ਤੱਕ ਗਈ। ਲੱਕੜਹਾਰੇ ਨੇ ਇੱਕ ਹੱਦ ਤੱਕ ਸੁੱਖ ਦਾ ਸਾਹ ਲਿਆ। ਹੁਣ ਦੋਵੇਂ ਜਾਣੇ ਆਪਸ ਦੇ ਵਿੱਚ ਲੜ ਪਏ। ਧਨ ਮੇਰਾ ਹੈ, ਦੌਲਤ ਮੇਰੀ ਹੈ। ਸਿਆਣੇ ਬੰਦਿਆਂ ਨੇ ਰਾਏ ਦਿੱਤੀ ਕਿ ਭਾਈ ਇਹ ਮਾਮਲਾ ਤੁਸੀਂ ਨਗਰ ਦੇ ਰਾਜੇ ਤੱਕ ਲੈ ਜਾਓ। ਨਗਰ ਦੇ ਰਾਜੇ ਤੱਕ ਪਹੁੰਚ ਕੀਤੀ। ਦੋਹਾਂ ਨੇ ਆਪੋ ਆਪਣੀ ਗੱਲਬਾਤ ਦੱਸੀ। ਰਾਜਾ ਬੜਾ ਹੈਰਾਨ ਹੋਇਆ ਕਿ ਅੱਜ ਤੱਕ ਇਹੋ ਜਿਹਾ ਕਿੱਸਾ ਕੋਈ ਨਹੀਂ ਆਇਆ। ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਈਆਂ ਹਨ, ਪਰ ਕਦੇ ਕਿਸੇ ਦੇ ਸੁਪਨੇ ਪਿੱਛੇ ਲੜਾਈ ਹੋਈ ਹੋਵੇ। ਸੁਪਨਾ ਕੀ ਹੈ? ਉਹਦਾ ਖਿਆਲ ਮਹਿਜ ਹੈ। ਖਿਆਲ ਦੇ ਪਿੱਛੇ ਅਸਲ ਦੀ ਧਨ ਦੌਲਤ ਬਰਾਮਦ ਹੁੰਦੀ ਹੈ, ਕਦੀ ਨਹੀਂ ਸੁਣਿਆ। ਹੈਰਾਨ ਹੋਇਆ ਤੇ ਉਸਨੇ ਕਿਹਾ ਕਿ ਦੇਖੋ ਭਾਈ, ਤੇ ਦੋਨਾਂ ਦਾ ਹੱਕ ਹੈ, ਦੋਵਾਂ ਨੇ ਗਲਤੀਆਂ ਨਹੀਂ ਕੀਤੀਆਂ ਹਨ, ਇਸ ਲਈ ਬਿਹਤਰੀ ਹੈ ਇਹ ਜੋ ਕੁਝ ਤੁਹਾਨੂੰ ਬਰਾਮਦ ਹੋਇਆ ਹੈ, ਇਸ ਦੇ 2 ਹਿੱਸੇ ਕਰ ਲਏ ਜਾਣ। ਇੱਕ ਹਿੱਸਾ ਉਹ ਲੱਕੜਹਾਰਾ ਲਵੇਗਾ ਤੇ ਇੱਕ ਹਿੱਸਾ ਜਿਸਨੇ ਇਹ ਮਾਲ ਪੁੱਟ ਕੇ ਬਰਾਮਦ ਕਰਕੇ ਲਿਆਂਦਾ ਹੈ, ਉਹ ਲਵੇਗਾ। ਅੱਜ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਕਦੇ ਕੋਈ ਬਹਿਸ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਇਹ ਲੱਕੜਹਾਰੇ ਦਾ ਸਮਾਨ ਉਦੋਂ ਤੱਕ ਸੀ ਜਦੋਂ ਤੱਕ ਉਹਦੇ ਹੱਥ ਵਿੱਚ ਸੀ। ਛੱਡ ਕੇ ਕਿਉਂ ਆਇਆ? ਦੂਜਾ ਮਿਹਨਤ ਕਰਕੇ ਉੱਥੋਂ ਲੈ ਕੇ ਆਇਆ, ਪਰ ਇਸ ਦੇ ਬਾਵਜੂਦ ਵੀ ਉਸਨੇ ਲੱਕੜਹਾਰੇ ਤੱਕ ਇਹ ਗੱਲ ਪਹੁੰਚਾਈ। ਇਹ ਉਸਦੀ ਭਲੇਮਾਨਸੀ ਹੈ। ਉਹ ਦੱਸਦਾ, ਜੇ ਉਹ ਨਾ ਦੱਸਦਾ, ਸਾਰਾ ਧਨ ਦੌਲਤ ਆਪਣੇ ਕੋਲ ਰੱਖਦਾ। ਰਾਜੇ ਦੀਆਂ ਗੱਲਾਂ ਸੁਣ ਕੇ ਦੋਵਾਂ ਨੇ ਹਾਮੀ ਭਰੀ ਤੇ ਕਿਹਾ, ਹਾਂ, ਨੇੜੇ ਨੇੜੇ ਨਗਰਾਂ ਦੇ ਵਾਸੀ ਹਾਂ, ਇੱਕ ਦੂਸਰੇ ਨਾਲ ਵੈਰ ਵਿਰੋਧ ਤੇ ਈਰਸ਼ਾ ਦੀ ਭਾਵਨਾ ਚੰਗੀ ਨਹੀਂ ਹੈ। ਇਸ ਸਮਾਨ ਨੂੰ ਅੱਧੋ ਅੱਧ ਕਰ ਲੈਂਦੇ ਹਾਂ। ਰਾਜਾ ਉਹਨਾਂ ਦੀ ਆਪਸ ਵਿੱਚ ਸਹਿਮਤੀ ਤੋਂ ਬਾਅਦ ਖੁਸ਼ ਹੋਇਆ ਤੇ ਕਿਹਾ, ਜਾਓ ਭਾਈ, ਹੁਣ ਸਮਾਨ ਲੈ ਕੇ। ਤੇ ਉਹ ਆਪਣੇ ਆਪਣੇ ਘਰ ਸਮਾਨ ਲੈ ਕੇ ਚਲੇ ਗਏ। ਇਸ ਤੋਂ ਬਾਅਦ ਰਾਜੇ ਦੇ ਮਨ ਨੂੰ ਚੈਨ ਨਹੀਂ ਆਇਆ। ਉਹ ਸੋਚ ਰਿਹਾ ਸੀ ਕਿ ਇੱਕ ਸੁਪਨਾ ਲੋਕਾਂ ਨੂੰ ਕਿਵੇਂ ਆ ਸਕਦਾ ਹੈ। ਇੱਕ ਤਾਂ ਅਸਲ ਦੇ ਵਿੱਚ ਸੁਪਨੇ ਦੇ ਵਿੱਚ ਜਾਂਦਾ ਹੈ, ਦੂਜਾ ਸੁਪਨੇ ਦੇ ਵਿੱਚ ਸਾਰੀ ਕਹਾਣੀ, ਸਾਰਾ ਕਿੱਸਾ ਹੀ ਦੇਖ ਰਿਹਾ ਹੈ। ਇਹ ਕਿਵੇਂ ਸੰਭਵ ਹੈ? ਰਾਜੇ ਨੂੰ ਨੀਂਦ ਨਹੀਂ ਸੀ ਆ ਰਹੀ, ਲਗਾਤਾਰ ਉਪਾਸੇ ਮਾਰ ਰਿਹਾ ਸੀ। ਕਦੇ ਸੱਜੇ ਨੂੰ ਕਰਵਟ ਲੈਂਦਾ, ਕਦੇ ਖੱਬੇ ਨੂੰ ਕਰਵਟ ਲੈਂਦਾ। ਰਾਜੇ ਦੀ ਰਾਣੀ ਇਹ ਗੱਲ ਦੇਖ ਕੇ ਹੈਰਾਨ ਹੋ ਗਈ। ਰਾਣੀ ਕਹਿਣ ਲੱਗੀ ਕਿ ਤੁਹਾਨੂੰ ਦੱਸੋ, ਅੱਜ ਹੋਇਆ ਕੀ ਹੈ? ਕੀ ਇਹੋ ਜਿਹਾ ਵਾਪਰਿਆ ਹੈ? ਤੁਸੀਂ ਮੈਨੂੰ ਚਿੰਤਿਤ ਪ੍ਰਤੀਤ ਹੁੰਦੇ ਹੋ। ਰਾਜਾ ਕਹਿਣ ਲੱਗਿਆ ਕਿ ਰਾਣੀ, ਅੱਜ ਮੈਂ ਇੱਕ ਅਜੀਬੋ-ਗਰੀਬ ਕਿਸਮ ਦਾ ਕਿੱਸਾ ਦੇਖਿਆ। ਦਰਬਾਰ ਦੇ ਵਿੱਚ ਆਏ 2 ਜਣੇ ਲੜਾਈ ਝਗੜਾ ਕਰਦੇ ਹੋਏ। ਉਹਨਾਂ ਦੀਆਂ ਸਾਰੀਆਂ ਘਟਨਾਵਾਂ ਅਜੀਬੋ-ਗਰੀਬ ਸਨ, ਪਰ ਜੋ ਅੱਜ ਵਾਪਰਿਆ, ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਤਜਰਬਾ ਨਹੀਂ ਲਿਆ। ਅੱਜ ਤਾਂ ਜੱਗੋਂ 13ਵੀਂ ਹੋਈ ਕਿ ਇਹੋ ਜਿਹਾ ਕੀ ਵਾਪਰਿਆ। ਰਾਜੇ ਨੇ ਸਾਰੀ ਗੱਲ ਰਾਣੀ ਨੂੰ ਬਿਆਨ ਕਰਕੇ ਦੱਸੀ। ਰਾਣੀ ਕਹਿਣ ਲੱਗੀ, ਨਹੀਂ, ਤੁਹਾਨੂੰ ਭੁਲੇਖਾ ਲੱਗਿਆ ਹੈ। ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਕਿਸੇ ਦੇ ਸੁਪਨੇ ਦੇ ਵਿੱਚ ਕੁਝ ਆਵੇ ਤੇ ਬਾਅਦ ਵਿੱਚ ਉਹ ਸੱਚ ਵੀ ਹੋਵੇ? ਮੈਨੂੰ ਨਹੀਂ ਲੱਗਦਾ। ਤੁਹਾਡੇ ਮਨ ਦਾ ਖਿਆਲ ਹੈ, ਤੁਹਾਨੂੰ ਵੀ ਭੁਲੇਖਾ ਲੱਗਿਆ ਹੈ, ਹੋਰ ਕੁਝ ਨਹੀਂ। ਤੁਹਾਨੂੰ ਵੀ ਸ਼ਾਇਦ ਕੋਈ ਸੁਪਨਾ ਆਇਆ ਹੋਵੇਗਾ। ਰਾਜਾ ਵਾਰ-ਵਾਰ ਕਹਿੰਦਾ ਕਿ ਨਹੀਂ, ਮੈਨੂੰ ਕੋਈ ਸੁਪਨਾ ਨਹੀਂ ਆਇਆ, ਮੈਂ ਤਾਂ ਹਜੇ ਸੁੱਤਾ ਹੀ ਨਹੀਂ। ਕਹਿਣ ਲੱਗੀ ਕਿ ਨਹੀਂ, ਤੁਹਾਨੂੰ ਸੁਪਨਾ ਆਇਆ ਸੀ, ਤੁਸੀਂ ਸੁਪਨਾ ਦੇਖਿਆ ਹੋਵੇਗਾ। ਹਜੇ ਵੀ ਉਸ ਇਲਾਕੇ ਦੇ ਵਿੱਚ ਇਸ ਗੱਲ ਉੱਤੇ ਵਿਚਾਰ ਚੱਲ ਰਹੀ ਸੀ ਕਿ ਇਹ ਸੱਚ ਸੁਪਨਾ ਦੇਖਿਆ ਹੈ, ਕਿਸਨੇ ਇਹ ਸੁਪਨਾ ਦੇਖਿਆ ਸੀ, ਕਿ ਇਹ ਸੱਚ ਸੀ, ਪਰ ਸਬੂਤ ਤਾਂ ਸੀ, ਧਨ ਦੌਲਤ ਦਾ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਵੀ ਆਹੀ ਕੁਝ ਵਾਪਰਦਾ ਹੈ। ਅਖੀਰ ਦੇ ਵਿੱਚ ਅਜਿਹਾ ਕੁਝ ਹੀ ਹੁੰਦਾ ਹੈ। ਜੋ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੁੰਦਾ ਹੈ ਨਾ, ਸਾਰਾ ਕੁਝ ਸੁਪਨੇ ਦੇ ਵਾਂਗ ਹੋ ਜਾਂਦਾ ਹੈ।
ਮੁਸ਼ਕਿਲ ਹੋ ਜਾਂਦਾ ਹੈ ਕਿ ਅਸਲੀਅਤ ਵਿੱਚ ਘੜੇ ਸਨ, ਕਿ ਲੱਕੜ ਹੀ ਗੱਡੀ ਸੀ, ਕਿ ਪਤੀ ਪਤਨੀ ਸਨ, ਬੱਚੇ ਤੇ ਪਰਿਵਾਰ ਸੀ, ਮਿੱਤਰ ਸੀ, ਸੁੱਖ ਸੁਵਿਧਾ ਸਨ, ਆਪਣੇ ਸਨ ਪਰਾਏ ਸਨ, ਕਿਹੜੇ ਸੰਘਰਸ਼ ਹੋਏ ਸਨ, ਕਿਹੜੇ ਮੁਕਾਬਲੇ ਸਨ, ਕਿਹੜੇ ਜਿੱਤੇ ਕਿਹੜੇ ਹਾਰੇ, ਕਿਹੜੇ ਸਫਲ ਹੋਏ ਕਿਹੜੇ ਅਸਫਲ ਹੋਏ। ਮਰਨ ਵੇਲੇ ਆਦਮੀ ਦੇ ਸਾਹਮਣੇ ਇਹ ਸਾਰੇ ਸੁਪਨੇ ਦੌੜਦੇ ਨੇ। ਉਸਨੂੰ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਮੈਂ ਸੁਪਨਾ ਵੇਖ ਰਿਹਾ ਹਾਂ ਜਾਂ ਅਜਿਹਾ ਕੁਝ ਸੱਚ ਸੀ। ਤੁਸੀਂ ਇਹ ਵੀ ਸੋਚੋ ਕਿ ਅੱਜ ਤੋਂ 5 ਸਾਲ ਪਹਿਲਾਂ, 10 ਸਾਲ ਪਹਿਲਾਂ ਕੋਈ ਖੁਸ਼ੀ ਦੇ ਮੌਕੇ ਹੋਏ ਹੋਣਗੇ, ਕੋਈ ਗਮੀ ਦੇ ਮੌਕੇ ਰਹੇ ਹੋਣਗੇ। ਸਾਰਾ ਕੁਝ ਉਹ ਸੁਪਨੇ ਵਾਂਗ ਹੋ ਗਿਆ। ਹਰ ਇੱਕ ਚੀਜ਼ ਦਾ ਰੰਗ ਧੁੰਦਲਾ ਹੋ ਗਿਆ। ਜੇ ਕੋਈ ਚੀਜ਼ ਪੱਕੇ ਤੌਰ ਤੇ ਸਾਡੇ ਕੋਲ ਹੈ, ਉਹ ਕੀ ਹੈ? ਉਹ ਹੈ ਸਾਡੀ ਸਮਝ। ਪਰਮਾਤਮਾ ਦੇ ਹੱਥ ਵਿੱਚ ਹੀ ਸਾਰਾ ਕੁਝ ਹੈ। ਸਮਾਂ ਪਾ ਕੇ ਹਰ ਇੱਕ ਚੀਜ਼ ਦਾ ਰੰਗ ਉੱਡ ਜਾਂਦਾ ਹੈ। ਜੇ ਕੋਈ ਚੀਜ਼ ਪੱਕੇ ਤੌਰ ਤੇ ਸਾਡੇ ਕੋਲ ਹੈ, ਉਹ ਕੀ ਹੈ? ਉਹ ਸਾਡੀ ਸਮਝ ਹੈ। ਪਰਮਾਤਮਾ ਦੀ ਕਿਰਪਾ ਨਾਲ ਆਈ ਹੋਈ ਅਕਲ, ਉਹ ਪਰਮਾਤਮਾ ਦਾ ਜਪਿਆ ਹੋਇਆ ਨਾਮ, ਜਿਹੜਾ ਅੰਤ ਤੱਕ ਸਾਡੇ ਨਾਲ ਰਹਿਣਾ ਹੈ। ਬਾਕੀ ਹਰ ਇੱਕ ਚੀਜ਼ ਜਿਹਦੇ ਪਿੱਛੇ ਅੱਜ ਤੋਂ 10 ਸਾਲ ਪਹਿਲਾਂ ਅਸੀਂ ਦੌੜ ਰਹੇ ਸੀ, ਉਹ ਚੀਜ਼ ਸਾਨੂੰ 5 ਸਾਲ ਪਹਿਲਾਂ ਮਿਲ ਵੀ ਗਈ ਸੀ ਔਰ ਅੱਜ ਸਿਰਫ ਸੁਪਨੇ ਵਾਂਗੂ ਯਾਦ ਹੈ। ਪਰਮਾਤਮਾ ਅਜਿਹਾ ਕੁਝ ਸਾਨੂੰ ਤਾਂ ਸਮਝਾਉਂਦੇ ਹਨ ਕਿ ਅਸੀਂ ਸਮਝ ਸਕੀਏ ਕਿ ਹਰ ਇੱਕ ਚੀਜ਼ ਨਾਸ਼ਵਾਨ ਹੈ। ਹਰ ਇੱਕ ਚੀਜ਼ ਦਾ ਨਾਸ਼ ਹੋਣਾ ਤੈਅ ਹੈ। ਜੋ ਨਹੀਂ ਖਤਮ ਹੋਵੇਗਾ ਤਾਂ ਉਹ ਪਰਮਾਤਮਾ ਦਾ ਨਾਮ ਹੈ। ਅਸੀਂ ਉਸਨੂੰ ਪੱਲੇ ਨਾਲ ਬੰਨ੍ਹ ਲਈਏ, ਉਸ ਤੋਂ ਸਿੱਖ ਕੇ ਚੰਗੇ ਰਾਹ ਦੇ ਉੱਤੇ ਆ ਜਾਈਏ, ਸਾਡੀ ਜ਼ਿੰਦਗੀ ਸੁਧਰ ਜਾਵੇਗੀ। ਪਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਸਾਰੀ ਉਮਰ ਸਾਡੇ ਨਾਲ ਰਹੇਗਾ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।